ਪੇਸ਼ ਹੈ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ। ਉਹ ਉੱਥੇ ਹੀ ਖੜਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਚੋਰੀ ਰਸੋਈ ਵਿੱਚੋਂ ਨਿਕਲ ਕੇ ਉਹਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਝੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ। ਮੈਂ ਮੇਜ਼ 'ਤੇ ਬਹਿ ਕੇ ਫਿਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ। ਜਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ਹੈਂ ਜੀ, ਉਹ ਉੱਥੇ ਹੀ ਖਲੋਤਾ ਹੈ। ਪਤਨੀ ਹਾਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ ਵੀ ਉਹਦਾ ਧਿਆਨ ਹੀ ਨਾ ਕਰੇ, ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ। ਉਹ ਉਂਝੇ ਖਲੋਤਾ ਸੀ, ਚੌਕ ਦੇ ਖੱਬੇ ਪਾਸੇ, ਆਪਣੇ ਰਿਕਸ਼ੇ ਦਾ ਰੁੱਖ ਪਾਰਕ ਵੱਲ ਨੂੰ ਕਰਕੇ। ਪਹਿਲਾਂ ਉਹ ਰਿਕਸ਼ੇ ਦੀ ਗੱਦੀ 'ਤੇ ਬੈਠਾ ਸੀ, ਫਿਰ ਉਹ ਪੈਡਲਾਂ 'ਤੇ ਖਲੋ ਗਿਆ। ਹੁਣ ਉਹਨੇ ਕਾਠੀ 'ਤੇ ਕੂਹਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ, ਜਿਵੇਂ ਉਸਨੇ ਕਿਤੇ ਜਾਣਾ ਵੀ ਨਹੀਂ ਹੁੰਦਾ। ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ। ਘੱਟੋ ਘੱਟ ਉਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁੱਬੀ ਹੋਈ ਉਸਦੀ ਪਿੱਠ 'ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਰਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਛਾਪੀ ਜਾਵੇ ਤੇ ਹੇਠਾਂ ਲਿਖ ਦਿੱਤਾ ਜਾਏ, ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ, ਤਾਂ ਲੋਕ ਸੱਚ ਮੰਨ ਲੈਣਗੇ। ਇਹਦੀਆਂ ਭੁੱਖੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ। ਕਮੀਨੀਆਂ ਜਿਹੀਆਂ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ। ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁੜ-ਬੁੜ ਕਰਕੇ ਵਗਾਹ ਮਾਰੇ ਸਨ, ਤਾਂ ਮੇਰਾ ਦਿਲ ਕੀਤਾ ਸੀ ਪਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜੀਆਂ ਬਾਹਾਂ ਦੇ ਕਾਨੇ ਮਰੋੜ ਦਿਆਂ। ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ। ਕੁਝ ਮੈਂ ਆਪ ਵੀ ਚੁੱਪ ਕਰ ਗਿਆ ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ, ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ ਆਦਮੀ ਮਿੱਟੀ ਹੋ ਜਾਂਦਾ ਏ। ਫਿਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ, ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਏ। ਉਂਝ ਵੀ ਮੈਂ ਨਹੀਂ ਚਾਹੁੰਦਾ ਭਈ ਮਾੜੇ ਬੰਦੇ ਨਾਲ ਲੜਿਆ ਜਾਵੇ, ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ। ਸਬਜ਼ੀ ਮੰਡੀ ਤੋਂ ਇੱਥੋਂ ਤੱਕ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ। ਫਿਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਏ ਇਹਨਾਂ ਮੰਗਣ ਦਾ ਜਾਂ ਠੱਗਣ ਦਾ। ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ, ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ। ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ, ਬੀਬੀ ਜੀ, ਇਹ ਤਾਂ ਬੜੀ ਦੂਰ ਏ, ਸ਼ਹਿਰ ਦਾ ਦੂਜਾ ਪਾਸਾ ਆ ਗਿਆ। ਮਾਡਲ ਟਾਊਨ ਤਾਂ 1.5 ਮੀਲ ਲੰਮਾ ਏ, ਗਰੀਬ ਆਦਮੀ ਨੂੰ ਮਾਰ ਲਿਆ। ਇਸ ਵੇਲੇ ਕੋਈ ਇੰਨੀ ਦੂਰ ਕਾਹਨੂੰ ਆਉਂਦਾ ਏ? ਅੱਜ ਤਾਂ ਦੁਪਹਿਰ ਦੇ 2 ਹੀ ਵੱਜੇ ਸਨ। ਇਹਦਾ ਖਿਆਲ ਸੀ ਵੀ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜ਼ਨਾਨੀ ਨੂੰ ਠੱਗ ਲਵਾਂਗੇ। ਰਿਕਸ਼ਾ ਰੋਕ ਕੇ ਕਹਿੰਦਾ, ਇਹ ਤਾਂ ਬੀਬੀ ਜੀ ਸ਼ਕਤੀ ਨਗਰੀ ਆ ਗਿਆ, ਸੜਕ ਟੁੱਟੀ ਪਈ ਏ, 3 ਰੁਪਏ ਦਿਓ। ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ। ਉਹਨੇ ਮੇਰੇ ਸਾਹਮਣੇ ਮੇਰੇ ਪਤਨੀ ਦੇ ਫੜਾਏ 2 ਰੁਪਏ
ਵਗਾ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਜੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਮੈਨੂੰ ਪਤਾ ਸੀ ਪਈ ਇਹ 1 ਰੁਪਈਆ ਵੱਧ ਮੰਗ ਕੇ 50 ਪੈਸੇ ਵੱਧ ਲੈਣਾ ਚਾਹੁੰਦਾ ਸੀ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾ ਸਹੀ ਨਿਮਰਤਾ ਨਾਲ ਕਹਿੰਦਾ ਪਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ ਇਹ ਦੂਰ ਨਿਕਲੀ। ਮੈਨੂੰ 50 ਪੈਸੇ ਹੋਰ ਦੇ ਦਿਓ। ਉਹਨੂੰ ਉਸੇ ਵੇਲੇ ਮਿਲ ਜਾਣੇ ਸਨ। ਭਗਤਣੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਏ। ਇਹਨੇ ਤਾਂ ਫਿਰ ਵੀ ਉਹਨੂੰ ਢੋ ਕੇ ਲਿਆਂਦਾ ਸੀ, ਪਰ ਪੁਆੜਾ ਪੈ ਗਿਆ ਉਹਦੇ ਰੁਪਏ ਸੁੱਟਣ ਅਤੇ ਮੇਰੇ ਗਰਮ ਹੋਣ ਤੇ। ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫਿਰ ਉਹਨੂੰ ਵੇਖ ਆਈ। ਕੁਰਸੀ ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ। ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ, 3 ਰੁਪਏ ਹੀ ਨੇ, ਦੇ ਦਿਓ। ਆਹ ਨਹੀਂ, ਮੈਂ ਇੱਕੋ ਸ਼ਬਦ ਬੋਲਿਆ। ਉਹ ਗਰੀਬ ਏ, ਪੈਸੇ ਡਿੱਗ ਵੀ ਪੈਂਦੇ ਨੇ। ਬੱਚੇ ਰੋਜ਼ 1-2 ਰੁਪਈਆ ਖਰਚ ਦਿੰਦੇ ਨੇ। ਕਿੰਨੇ ਪੈਸੇ ਐਵੇਂ ਰੋੜ ਛੱਡੀਦੇ ਨੇ। ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ, ਹਮਦਰਦੀ ਨਾਲ ਜਾਂ ਡਰ ਨਾਲ। ਉਂਝ ਉਹਦੀ ਗੱਲ ਠੀਕ ਸੀ। ਮੈਂ ਰੋਜ਼ 3-2.5 ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ। ਮਹੀਨੇ 'ਚ 2-3 ਵਾਰ ਸਿਨੇਮਾ ਦੇਖਦਾ ਹਾਂ। ਡੈਡੀ ਰਿਕਸ਼ੇ ਵਾਲਾ ਉੱਥੇ ਖਲੋਤਾ। ਇੱਕ ਬੰਦੇ ਨੇ ਪੁੱਛਿਆ, ਚੱਲਣਾ ਈ ਕੰਪਨੀ ਬਾਗ? ਕਹਿੰਦਾ ਨਹੀਂ। ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ। ਬੇਵਕੂਫ, ਜਾਹਲ, ਤਦੇ ਸਾਲੇ ਗਰੀਬ ਨੇ। ਨਜਾਇਜ਼ ਤਰੀਕੇ ਨਾਲ 1 ਰੁਪਇਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗਵਾ ਦਿੱਤੀ। ਪੂਰਾ 1 ਘੰਟਾ ਬਰਬਾਦ ਕਰ ਲਿਆ। 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ ਦੇ ਵਿੱਚ। ਬੁੜਬੁੜਾ ਕੇ ਮੈਂ ਇੰਜ ਕਿਹਾ ਪਈ ਮੁੰਡਾ ਨਾ ਸੁਣੇ ਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ। ਮੈਂ ਨਹੀਂ ਸੀ ਚਾਹੁੰਦਾ ਪਈ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ਾ ਵਾਲੇ ਦੇ ਖਲੋਣ ਨਾਲ ਮੈਨੂੰ ਹੋ ਰਹੀ ਸੀ। ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਪਈ ਉਹ ਉਧਰ ਹੀ ਨਾ ਦੇਵੇ, ਪਈ ਉਹ ਉਧਰ ਧਿਆਨ ਹੀ ਨਾ ਦੇਵੇ। ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ ਵਿੱਚ ਚਲੀ ਗਈ। ਮੈਂ ਉੱਠ ਕੇ ਬਾਰੀ ਵਿੱਚ ਹੀ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ਾ ਵਾਲਾ ਕੋਈ ਗੱਲ ਕਰਕੇ ਕਾਲ ਨਾਲ ਅੱਡੇ ਵੱਲ ਨੂੰ ਚਲਾ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਏ। ਝਗੜਾ ਹੋਣ ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ। ਬੁਲਾ ਲਿਆਵੇ ਪਿਆ। ਮੈਂ ਕੋਈ ਡਰਦਾ? ਸੋਚ ਕੇ ਮੈਂ ਕੁਰਸੀ ਤੇ ਬਹਿ ਗਿਆ। ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ। ਹੌਲੀ ਦੇਣੀ ਕਹਿੰਦੀ, ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ 1 ਕੱਪ ਚਾਹ ਪਿਆ ਦਿੰਦੀ, ਹੁਣ ਡੋਲਣੀ ਪਈ ਏ। ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ ਰਿਕਸ਼ਾ ਵਾਲਾ ਮੁੜ ਕੇ ਆ ਜਾਵੇ ਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਉਹ ਉਹਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਕਿਉਂ ਜੀ? ਉਹ ਕਹਿਣ ਲੱਗੀ, ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਸਦਾ ਹੈ? ਮੇਰੇ ਮੂੰਹੋਂ ਇਹ ਗੱਲ ਸਖਤੀ ਨਾਲ ਨਿਕਲ ਗਈ। ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ ਤੇ 2-3 ਸਤਰਾਂ ਝਰੀਟੀਆਂ ਤੇ ਪੂਰੀ ਕੀ ਕਰ ਦਿੱਤੀ। ਥੱਕ ਹਾਰ ਕੇ ਲਿਖ ਦਿੱਤਾ, ਹੋਰ ਗੱਲਾਂ ਮੈਂ ਅਗਲੀ ਚਿੱਠੀ ਵਿੱਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭੱਲ ਗਈ ਏ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ
25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ। ਇਸ ਗਰੀਬ ਦੀ ਤਲੀ ਤੇ ਥੁੱਕਦੇ ਹੋ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਏ। ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ। ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਤੇ ਪੁੱਛਾਂ ਤੈਂ ਜਾਣਾ ਏ ਕਿ ਨਹੀਂ। ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਵਾ ਦਿਆਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ। ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਏ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ, ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ੇ ਵਾਲਾ ਉੱਥੋਂ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ। ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ। ਉਹਨੇ ਝੱਟ ਦੇਣੀ ਪੋਥੀ ਬੰਦ ਕਰਕੇ ਬਰਾਂਡੇ ਦੀ ਬੰਨੀ ਤੇ ਰੱਖ ਦਿੱਤੀ। ਅਸੀਂ ਲਾਨ 'ਚ ਪਈਆਂ ਕੁਰਸੀਆਂ ਤੇ ਬਹਿ ਗਏ। ਉਹਦੇ ਚਿਹਰੇ ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ। ਮੈਂ ਐਵੇਂ ਪੁੱਛਿਆ, ਅੱਜ ਰਾਤੀ ਫਿਲਮ ਨਾ ਵੇਖ ਆਈਏ? ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਤੇ ਧਰ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਾਰ ਏਂ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ।